ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਬਣੀਆਂ ਹੋਈਆਂ ਨੇ, ਜਿਸ ਨੂੰ ਲੈ ਕੇ ਕਈ ਪ੍ਰਕਾਰ ਦੀ ਗੱਲਬਾਤ ਲੋਕਾਂ 'ਚ ਚੱਲ ਰਹੀ ਹੈ। ਜਦੋਂ ਕਿ ਬਹੁਤ ਸਾਰੇ ਡਰਾਈਵਰ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ $2 ਤੇ ਪਹੁੰਚਣ ਤੋਂ ਬਾਅਦ ਆਪਣੇ ਦੁੱਖੜੇ ਫਰੋਲ ਰਹੇ ਨੇ, ਉੱਥੇ ਹੀ ਕੱਪੜਿਆਂ ਦੇ ਸਟੋਰਾਂ ਵਿੱਚ ਭੇਜੇ ਜਾਣ ਵਾਲੇ ਹੋਰ ਵੀ ਕਿਸੇ ਚੀਜ਼ ਤੇ ਇਸ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ। ਗੈਸ ਜੋ ਕਿ ਸਾਡੇ ਇੱਥੇ ਮਾਲ ਢੋਣ ਦੇ ਲਈ ਵਰਤਿਆ ਜਾਂਦਾ, ਖਾਸ ਕਰਕੇ ਡੀਜ਼ਲ ਦੇ ਰੂਪ ਦੇ ਵਿੱਚ ਨਾਰਥ ਅਮਰੀਕਾ 'ਚ 40% ਰੇਟ ਵੱਧ ਗਏ ਨੇ। ਪੈਟਰੋਲੀਅਮ ਮਾਹਰ ਨੇ ਕਿਹਾ ਹੈ ਕਿ ਅਸੀਂ ਡੀਜ਼ਲ ਦੀ ਮੰਗ ਵਿੱਚ ਵਿਆਪਕ ਰਿਕਵਰੀ ਦੇਖੀ ਹੈ, ਕਿਉਂਕਿ ਗਰਮੀ ਵਿੱਚ ਇਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ। BC ਵਿੱਚ ਇਸ ਨੂੰ ਕੰਟਰੋਲ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੁਲਾਈ 'ਚ ਲਗਭਗ $1.75 ਤੇ ਸੀ ਤੇ ਹੁਣ ਇਹ $2.07 ਤੇ ਪਹੁੰਚ ਗਈ ਹੈ। ਸ਼ੁੱਕਰਵਾਰ ਸਵੇਰ ਤੱਕ ਮੈਟਰੋ ਵੈਨਕੂਵਰ 'ਚ ਡੀਜ਼ਲ $2.20 ਦੇ ਉੱਪਰ ਪਹੁੰਚ ਗਿਆ ਸੀ। ਥੋੜੀ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਹੀਟਿੰਗ ਆਇਲ ਦੀ ਮੰਗ ਬਹੁਤ ਉਤਪਾਦ ਤੇਜ਼ੀ ਦੇ ਨਾਲ ਵੱਧ ਰਿਹਾ, ਜਿਸ ਕਾਰਨ ਕੱਚੇ ਤੇਲ ਦੀ ਕੀਮਤ ਵੀ ਵੱਧ ਰਹੀ ਹੈ, ਪਰ ਭਵਿੱਖ ਦੇ ਵਿੱਚ ਇਹ ਘਟ ਸਕਦੀ ਹੈ। ਡੀਨ ਹੌਰਨ ਨੇ ਭਵਿੱਖਬਾਣੀ ਕੀਤੀ ਹੈ ਕਿ ਡੀਜ਼ਲ ਸਾਲ ਦੇ ਅੰਤ ਤੱਕ 10 ਤੋਂ 20 ਸੈਂਟ ਪ੍ਰਤੀ ਲੀਟਰ ਹੋਰ ਤੇਜ਼ੀ ਦੇ ਨਾਲ ਅੱਗੇ ਵਧੇਗਾ। ਗੈਸੋਲੀਨ ਦੇ ਲਈ ਹਾਲਾਂਕਿ ਅਸੀਂ ਗਿਰਾਵਟ ਦੇਖ ਸਕਦੇ ਹਾਂ। ਡੀ ਹੌਰਨ ਦਾ ਕਹਿਣਾ ਹੈ ਕਿ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਲਗਭਗ ਹਮੇਸ਼ਾ ਕੰਜ਼ਿਊਮਰ ਦੇ ਉੱਪਰ ਪ੍ਰਭਾਵ ਪਾਉਂਦੀਆਂ ਨੇ। ਹਾਲਾਂਕਿ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਵਾਹਨਾਂ ਨੂੰ ਚਲਾਉਣ ਤੋਂ ਰੋਕ ਵੀ ਲਗਾਉਣੀ ਪੈਂਦੀ ਹੈ। ਡੀ ਹੌਰਨ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ ਦੇ ਅੰਤ ਤੱਕ 1 ਲੀਟਰ ਗੈਸੋਲੀਨ ਦੀ ਕੀਮਤ 15 ਤੋਂ 25 ਸੈਂਟ ਤੱਕ ਘਟ ਸਕਦੀ ਹੈ। ਕਾਬਲੇ ਗੌਰ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਨੂੰ ਲੈ ਕੇ ਪਹਿਲਾਂ ਹੀ ਇਹ ਚਰਚਾਵਾਂ ਗਰਮੀਆਂ ਦੀ ਸ਼ੁਰੂਆਤ 'ਚ ਹੀ ਮਾਹਰਾਂ ਨੇ ਕਰ ਦਿੱਤੀਆਂ ਸਨ ਕਿ ਗਰਮੀਆਂ ਦੇ ਅੰਤ ਤੱਕ ਜਾਂਦੇ ਇਸ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਏਗਾ। ਹੁਣ ਉਹੀ ਪ੍ਰਭਾਵ ਦੇਖਣ ਨੂੰ ਨਜ਼ਰ ਆ ਰਿਹਾ ਕਿ ਗੈਸ ਦੀਆਂ ਕੀਮਤਾਂ 'ਚ ਵਾਧਾ ਜਿੱਥੇ ਕਾਰਾਂ ਚਲਾਉਣ ਦੇ ਉੱਪਰ ਪ੍ਰਭਾਵ ਵੀ ਨਜ਼ਰ ਆ ਰਿਹਾ, ਉੱਥੇ ਹੀ ਟਰੱਕਿੰਗ ਸੈਕਟਰ ਦੇ ਵਿੱਚ ਵੀ ਇਸ ਦਾ ਕਾਫੀ ਬੋਝ ਪੈ ਰਿਹਾ, ਕਿਉਂਕਿ ਇਸ ਸਮੇਂ ਇਕਨੋਮੀ ਸਲੋ ਹੋਣ ਕਾਰਨ ਟਰੱਕਰਸ ਦਾ ਕੰਮਕਾਜ ਪਹਿਲਾਂ ਹੀ ਘੱਟ ਹੈ ਤੇ ਰੇਟ ਵੀ ਸਹੀ ਢੰਗ ਦੇ ਨਾਲ ਨਹੀਂ ਮਿਲ ਰਹੇ। ਉਹਨਾਂ ਹਾਲਾਤਾਂ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਦਾ ਵਧਣਾ ਇੱਕ ਵੱਡੇ ਝਟਕੇ ਦੇ ਰੂਪ 'ਚ ਦੇਖਿਆ ਜਾ ਰਿਹਾ, ਕਿਉਂਕਿ ਇਹ ਟਰੱਕਿੰਗ ਇੰਡਸਟਰੀ ਦੇ ਉੱਪਰ ਵੀ ਐਕਸਟਰਾ ਬੋਝ ਪਾਏਗਾ। ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੀ ਨਾਰਮਲ ਪ੍ਰਾਈਸ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ $2 ਮਹਿਸੂਸ ਹੋਣ ਲੱਗ ਜਾਣੀ ਹੈ, ਕਿਉਂਕਿ $2 ਤੋਂ ਰੇਟ ਬਹੁਤ ਘੱਟ ਨਜ਼ਰ ਆਉਣਗੇ ਅਤੇ ਹਮੇਸ਼ਾ ਇਹ $2 ਤੋਂ ਪਾਰ ਹੀ ਭਵਿੱਖ ਦੇ ਵਿੱਚ ਰਹਿਣਗੇ। ਦੂਜੇ ਪਾਸੇ ਮੈਟਰੋ ਵੈਨਕੂਵਰ ਦੇ ਵਿੱਚ ਬਾਕੀ ਰੀਜ਼ਨਸ ਦੇ ਮੁਕਾਬਲੇ ਗੈਸ ਦੇ ਉੱਪਰ ਵੱਧ ਟੈਕਸ ਵੀ ਚਰਚਾ ਦੇ ਵਿੱਚ ਰਹਿੰਦੇ ਨੇ। ਇੱਥੇ ਆਮ ਕਿਹਾ ਜਾਂਦਾ ਕਿ 70 ਤੋਂ 80 ਸੈਂਟ ਪ੍ਰਤੀ ਲੀਟਰ ਟੈਕਸ ਦੇ ਰੂਪ 'ਚ ਮੈਟਰੋ ਵੈਨਕੂਵਰ ਦੇ ਵਸਿੰਦੇ ਤਾਰਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਛੋਟੇ ਕਾਰੋਬਾਰੀ ਮਹਾਮਾਰੀ ਲੋਨ ਪ੍ਰੋਗਰਾਮ ਲਈ ਮੁੜ ਅਦਾਇਗੀ ਦੀ ਸਮਾਂ ਸੀਮਾ ਨੂੰ 1 ਸਾਲ ਵਧਾ ਰਹੀ ਹੈ, ਪਰ ਕਾਰੋਬਾਰ ਅਜੇ ਵੀ ਕਰਜ਼ੇ ਦੀ ਮਾਫੀਯੋਗ ਹਿੱਸੇ ਨੂੰ ਗਵਾ ਦੇਣਗੇ ਜੇਕਰ ਉਹ ਆਪਣੇ ਸਮੇਂ ਸਿਰ ਅਦਾਇਗੀ ਇਸ ਦੀ ਨਹੀਂ ਕਰਦੇ। ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਨੂੰ ਮਹਾਮਾਰੀ ਦੇ ਸ਼ਿਖਰ ਤੇ ਪੇਸ਼ ਕੀਤਾ ਗਿਆ ਸੀ ਤਾਂ ਜੋ ਜਨਤਕ ਸਿਹਤ ਉਪਾਵਾਂ ਦੇ ਕਾਰਨ ਲੋਕ ਪ੍ਰਭਾਵਿਤ ਹੋ ਰਹੇ ਸਨ ਅਤੇ ਬਿਜ਼ਨਸ ਦਾ ਕੰਮਕਾਰ ਘਟ ਗਿਆ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਬਿਜ਼ਨਸ ਪੱਕੇ ਤੌਰ ਤੇ ਬੰਦ ਨਾ ਹੋਣ ਤੇ ਇੰਪਲਾਈਜ਼ ਨੂੰ ਸੈਲਰੀਜ਼ ਮਿਲਦੀ ਰਹੇ, ਇਸ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਇਹ ਸਹਾਇਤਾ $40,000 ਤੋਂ $60,000 ਤੱਕ ਦਿੱਤੀ ਗਈ ਸੀ। ਫੈਡਰਲ ਸਰਕਾਰ ਵੱਲੋਂ ਕੋਵਿਡ ਮਹਾਮਾਰੀ ਦੇ ਸਮੇਂ ਬਹੁਤ ਸਾਰੇ ਬਿਜ਼ਨਸ ਅਦਾਰਿਆਂ ਦੀ ਵਿੱਤੀ ਸਹਾਇਤਾ ਕਰਜ਼ੇ ਦੇ ਰੂਪ 'ਚ ਕੀਤੀ ਗਈ ਸੀ, ਕਿਉਂਕਿ ਕੋਵਿਡ ਮਹਾਮਾਰੀ ਦੇ ਸਮੇਂ ਅਰਥਚਾਰਾ ਸਲੋ ਹੋਇਆ, ਲੋਕ ਘਰਾਂ 'ਚ ਕੈਦ ਹੋਏ ਤੇ ਬਿਜ਼ਨਸ ਅਦਾਰਿਆਂ ਦਾ ਕੰਮਕਾਜ ਵੀ ਠੱਪ ਹੋਣ ਦੇ ਕੰਢੇ ਤੇ ਪਹੁੰਚਿਆ। ਇਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਬਿਜ਼ਨਸ ਅਦਾਰਿਆਂ ਤੇ ਪ੍ਰਭਾਵ ਪਿਆ ਸੀ ਉੱਥੇ ਇੰਪਲਾਈਜ਼ ਦੀਆਂ ਸੈਲਰੀਜ਼ ਚੱਲਦੀਆਂ ਰਹਿਣ ਤੇ ਬਿਜ਼ਨਸ ਅਦਾਰੇ ਸਰਵਾਈਵ ਕਰਨ। ਇਸ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਵਿੱਤੀ ਕਰਜ਼ਾ ਬਿਨਾਂ ਵਿਆਜ ਤੋਂ ਦੇਣ ਦਾ ਪ੍ਰਪੋਜ਼ਲ ਲਿਆਂਦਾ ਗਿਆ ਸੀ। ਇਸ ਮਾਮਲੇ ਦੇ ਵਿੱਚ ਜਦੋਂ ਸਰਕਾਰ ਨੇ ਕਰਜ਼ਾ ਦਿੱਤਾ ਤਾਂ ਇਸ ਦੇ ਬਾਅਦ ਜਦੋਂ ਇਸ ਨੂੰ ਵਾਪਸ ਕਰਨ ਦਾ ਸਮਾਂ ਆਇਆ ਤਾਂ ਉਸ ਸਮੇਂ ਓਮਿਕਰੋਨ ਵੇਰੀਐਂਟ ਦੀ ਚਰਚਾ ਕੈਨੇਡਾ ਦੇ ਵਿੱਚ ਹੋਣ ਲੱਗੀ। ਉਸ ਸਮੇਂ ਸਰਕਾਰ ਵੱਲੋਂ ਕੋਵਿਡ ਦੇ ਇੱਕ ਵਾਰ ਫਿਰ ਤੋਂ ਪੈਰ ਪਸਰਦੇ ਦੇਖਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਸ ਕਰਜ਼ੇ ਦੀ ਸਮਾਂ ਸੀਮਾ ਨੂੰ 1 ਸਾਲ ਦੇ ਲਈ ਹੋਰ ਵਧਾ ਦਿੱਤਾ ਜਾਵੇ। ਉਹ ਸਮਾਂ ਸੀਮਾ ਦਸੰਬਰ 2023 ਤੱਕ ਕਰ ਦਿੱਤੀ ਗਈ, ਪਰ ਹੁਣ ਦਸੰਬਰ 2023 ਦੇ ਵਿੱਚ ਆ ਕੇ ਆਰਥਿਕਤਾ ਇੱਕ ਵਾਰ ਸਲੋ ਹੈ ਤੇ ਰਿਸੈਸ਼ਨ ਦਾ ਖਤਰਾ ਬਣਿਆ ਹੋਇਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਛੋਟੇ ਬਿਜ਼ਨਸ ਅਦਾਰਿਆਂ ਦੇ ਮਾਲਕ ਇਹ ਗੱਲਬਾਤ ਕਹੇ ਸਨ ਕਿ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਦਾ ਕਰਜ਼ਾ ਵਾਪਸ ਕਰਨ ਦੇ ਲਈ ਹਲੇ ਹੋਰ ਸਮਾਂ ਸੀਮੇ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਛੋਟੇ ਕਾਰੋਬਾਰਾਂ ਨੂੰ ਮਹਾਮਾਰੀ ਦੌਰਾਨ ਦਿੱਤੇ ਲੋਨ ਦੀ ਮੁੜ ਅਦਾਇਗੀ ਦੀ ਸਮਾਂ ਸੀਮਾ 1 ਸਾਲ ਵਧਾ ਦਿੱਤੀ ਗਈ ਹੈ, ਪਰ ਜੇ ਕਾਰੋਬਾਰ ਆਉਂਦਿਆਂ ਮਹੀਨਿਆਂ 'ਚ ਲੋਨ ਨਹੀਂ ਮੋੜਨਗੇ ਤਾਂ ਉਹ ਲੋਨ 'ਚੋਂ ਮਾਫ ਹੋਣ ਯੋਗ ਹਿੱਸੇ ਨੂੰ ਗਵਾ ਦੇਣਗੇ।
ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਨੂੰ ਮਹਾਮਾਰੀ ਦੌਰਾਨ ਲਿਆਂਦਾ ਗਿਆ ਸੀ ਤਾਂ ਜੋ ਪਬਲਿਕ ਹੈਲਥ ਉਪਾਵਾਂ ਦੇ ਕਾਰਨ ਆਪਣੇ ਬਿਜ਼ਨਸ ਨੂੰ ਬੰਦ ਕਰਨ ਜਾਂ ਸੀਮਿਤ ਕਰਨ ਲਈ ਮਜਬੂਰ ਛੋਟੇ ਕਾਰੋਬਾਰਾਂ ਦੀ ਮਦਦ ਕੀਤੀ ਜਾ ਸਕੇ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਨੇ ਇੰਟਰਸਟ ਫ੍ਰੀ ਲੋਨ ਦਿੱਤਾ ਸੀ। CEABA ਤਹਿਤ $60,000 ਤੱਕ ਦੇ ਲੋਨ ਲਈ ਅਪਲਾਈ ਕੀਤਾ ਜਾ ਸਕਦਾ ਸੀ, ਜਿਸ ਵਿੱਚੋਂ $20,000 ਮੁਆਫ ਕਰਨ ਦੀ ਵਿਵਸਥਾ ਵੀ ਸਰਕਾਰ ਨੇ ਰੱਖੀ ਸੀ। ਪਰ ਹੁਣ ਜਦੋਂ ਦੁਬਾਰਾ ਤੋਂ ਇਸ ਲੋਨ ਦੀ ਲਿਮਟ ਨੂੰ ਐਕਸਟੈਂਡ ਕਰਨ ਦੀ ਗੱਲਬਾਤ ਆ ਰਹੀ ਹੈ ਤਾਂ ਸਰਕਾਰ ਨੇ ਕਿਹਾ ਕਿ ਕੋਈ ਵੀ ਕਾਰੋਬਾਰ ਜੋ ਸਮਾਂ ਸੀਮਾ ਤੱਕ ਲੋਨ ਨਹੀਂ ਮੋੜਦਾ ਉਸ ਉੱਤੇ ਵਿਆਜ ਪੈਣਾ ਸ਼ੁਰੂ ਹੋ ਜਾਏਗਾ ਤੇ ਉਸ ਨੂੰ 2025 ਦੇ ਅੰਤ ਤੱਕ ਕਰਜ਼ੇ ਦੀ ਪੂਰੀ ਅਦਾਇਗੀ ਕਰਨੀ ਪੈ ਸਕਦੀ ਸੀ। ਪਰ ਹੁਣ ਉਹ ਸਮਾਂ ਸੀਮਾ 2026 ਤੱਕ ਵਧਾ ਦਿੱਤੀ ਗਈ ਹੈ। ਲੋਨ ਦੇ ਮੁਆਫੀਯੋਗ ਹਿੱਸੇ ਦੇ ਯੋਗ ਹੋਣ ਲਈ ਕਾਰੋਬਾਰਾਂ ਨੂੰ 18 ਜਨਵਰੀ 2024 ਤੱਕ ਛੋਟੀ ਐਕਸਟੈਂਸ਼ਨ ਦਿੱਤੀ ਗਈ ਹੈ। 19 ਜਨਵਰੀ ਤੱਕ ਭੁਗਤਾਨ ਨਾ ਕੀਤੇ ਜਾਣ ਤੇ 5% ਵਿਆਜ ਸ਼ੁਰੂ ਹੋਏਗਾ। ਇਸ ਲੋਨ ਪ੍ਰੋਗਰਾਮ ਦਾ ਲਾਭ 9 ਲੱਖ ਕਾਰੋਬਾਰੀਆਂ ਵੱਲੋਂ ਲਿਆ ਗਿਆ ਸੀ ਅਤੇ $49 ਬਿਲੀਅਨ ਸਰਕਾਰ ਨੇ ਧਾਰੇ ਸਨ, ਪਰ 31 ਮਈ ਤੱਕ ਮਹਿਜ 21% ਕਾਰੋਬਾਰੀਆਂ ਦੇ ਵੱਲੋਂ ਹੀ ਇਹ ਕਰਜ਼ਾ ਵਾਪਸ ਕੀਤਾ ਗਿਆ। ਹੁਣ ਇਸ ਦੇ ਬਾਅਦ ਜਦੋਂ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਹੈ, ਪਰ ਨਾਲੋਂ ਨਾਲ ਇਹ ਸ਼ਰਤ ਜ਼ਰੂਰ ਰੱਖੀ ਹੈ ਕਿ ਜੋ ਰਕਮ ਮੁਆਫ ਕੀਤੀ ਜਾਣੀ ਸੀ ਉਹ ਮੁਆਫ ਨਹੀਂ ਹੋਏਗੀ। ਇਸ ਦੇ ਬਾਅਦ ਬਿਜ਼ਨਸ ਅਦਾਰਿਆਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਸਮਝ ਆ ਰਹੀਆਂ ਨੇ। ਕੁਝ ਵੱਲੋਂ ਇਸ ਨੂੰ ਚੰਗਾ ਕਦਮ ਦੱਸਿਆ ਜਾ ਰਿਹਾ ਤੇ ਕੁਝ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਆਫੀਯੋਗ ਰਕਮ ਦੇ ਲਈ ਵੀ ਐਕਸਟੈਂਸ਼ਨ 1 ਸਾਲ ਦੇ ਲਈ ਵਧਾ ਦੇਣੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਪਿਛਲੇ ਸਮੇਂ ਦੌਰਾਨ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਹੁਣ ਫੈਡਰਲ ਸਰਕਾਰ ਦੇ ਵੱਲੋਂ ਵੱਡੀਆਂ ਗਰੋਸਰੀ ਚੇਨਸ ਨੂੰ ਓਟਾਵਾ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਦੇ CEOs ਦੇ ਨਾਲ ਸੋਮਵਾਰ ਨੂੰ ਮੀਟਿੰਗ ਰੱਖੀ ਗਈ ਹੈ ਤਾਂ ਜੋ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਘਟਾਉਣ ਦੇ ਲਈ ਕਦਮ ਚੁੱਕੇ ਜਾ ਸਕਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀਤੇ ਦਿਨ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਆਖਿਆ ਸੀ ਕਿ ਉਹ ਗਰੋਸਰੀ ਚੇਨਸ ਨੂੰ ਸੱਦਾ ਦੇਣਗੇ ਕਿ ਕੀਮਤਾਂ ਘਟਾਈਆਂ ਜਾਣ ਤਾਂ ਜੋ ਕੈਨੇਡੀਅਨਸ ਤੇ ਬੋਝ ਘਟ ਸਕੇ, ਜਿਸ ਦੇ ਲਈ ਉਹਨਾਂ ਥੈਂਕਸਗਿਵਿੰਗ ਤੱਕ ਦਾ ਸਮਾਂ ਦਿੱਤਾ ਸੀ। ਉਹਨਾਂ ਆਖਿਆ ਸੀ ਕਿ ਜੇਕਰ ਉਸ ਸਮੇਂ ਤੱਕ ਗਰੋਸਰੀ ਕੰਪਨੀਜ਼ ਇਸ ਪਾਸੇ ਵੱਲ ਕਦਮ ਨਹੀਂ ਵਧਾਉਂਦੀਆਂ ਤਾਂ ਫੈਡਰਲ ਸਰਕਾਰ ਨੂੰ ਕੁਝ ਕਦਮ ਚੁੱਕਣੇ ਪੈਣਗੇ। ਹੁਣ ਗਰੋਸਰੀ ਦੀਆਂ ਕੀਮਤਾਂ ਘਟਾਉਣ ਅਤੇ ਇਹਨਾਂ ਨੂੰ ਹੇਠਲੇ ਪੱਧਰ ਤੇ ਲਿਆਉਣ ਲਈ ਫੈਡਰਲ ਸਰਕਾਰ ਨੇ ਕੈਨੇਡਾ ਦੀਆਂ ਪ੍ਰਮੁੱਖ 5 ਵੱਡੀਆਂ ਗਰੋਸਰੀ ਚੇਨਸ ਦੇ CEOs ਨੂੰ ਓਟਾਵਾ ਆਉਣ ਦਾ ਸੱਦਾ ਦਿੱਤਾ ਹੈ। ਫੈਡਰਲ ਮਿਨਿਸਟਰ ਫ੍ਰਾਂਸੂਆ ਫਿਲਿਪ ਸ਼ੈਂਪੇਨ ਨੇ ਦੱਸਿਆ ਕਿ ਲੋਬਲੌਜ਼, ਸ਼ੋਬੀਜ਼, ਮੈਟਰੋ, ਕਾਸਕੋ ਅਤੇ ਵਾਲਮਾਰਟ ਦੇ CEOs ਨੂੰ ਸੋਮਵਾਰ ਨੂੰ ਨਿੱਜੀ ਤੌਰ ਤੇ ਓਟਾਵਾ ਪੇਸ਼ ਹੋਣ ਦੇ ਲਈ ਸੱਦਿਆ ਗਿਆ। ਸ਼ੈਂਪੇਨ ਦੇ ਦਫ਼ਤਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਉਹਨਾਂ CEOs ਨੂੰ ਸੱਦਾ ਪੱਤਰ ਭੇਜਿਆ ਸੀ। ਇਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੰਡਨ ਵਿੱਚ ਲਿਬਰਲ ਕਾਕਸ ਨੂੰ ਸੰਬੋਧਨ ਕਰਕੇ ਨਵੇਂ ਐਲਾਨ ਕਰ ਰਹੇ ਸਨ, ਜਿਸ ਦੇ ਬਾਅਦ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਇਹ ਸੱਦਾ ਫੂਡ ਸੈਕਟਰ ਦੇ ਨਾਲ ਜੁੜੀਆਂ ਇਹਨਾਂ तमाम ਕੰਪਨੀ ਦੇ CEOs ਨੂੰ ਭੇਜਿਆ ਗਿਆ, ਜਿੱਥੇ ਕਿ ਇਹ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਗਰੋਸਰੀ ਦੀਆਂ ਕੀਮਤਾਂ ਕਿਸ ਢੰਗ ਦੇ ਨਾਲ ਹੇਠਾਂ ਲਿਆਂਦੀਆਂ ਜਾ ਸਕਦੀਆਂ ਨੇ, ਕਿਉਂਕਿ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਗੱਲਬਾਤ ਆਖੀ ਸੀ ਕਿ ਮਹਿੰਗਾਈ ਕੈਨੇਡੀਅਨਸ ਨੂੰ ਮਾਤ ਦੇ ਰਹੀ ਹੈ ਤੇ ਉਹਨਾਂ ਨੇ ਹਾਊਸਿੰਗ ਅਤੇ ਗਰੋਸਰੀ ਬਾਬਤ ਕਈ ਵੱਡੇ ਐਲਾਨ ਕੀਤੇ ਸਨ, ਜਿਸ ਵਿੱਚ ਉਹਨਾਂ ਆਖਿਆ ਸੀ ਕਿ ਗਰੋਸਰੀ ਕੰਪਨੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਥੈਂਕਸਗਿਵਿੰਗ ਤੱਕ ਅਜਿਹੀਆਂ ਯੋਜਨਾਵਾਂ ਉਹ ਲਿਆ ਸਕਦੇ ਨੇ ਕਿ ਨਹੀਂ ਜਿਸ ਦੇ ਨਾਲ ਕੀਮਤਾਂ ਹੇਠਾਂ ਆ ਸਕਣ। ਉਹਨਾਂ ਆਖਿਆ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਓਟਾਵਾ ਵੱਲੋਂ ਕਾਰਵਾਈ ਕੀਤੀ ਜਾਏਗੀ ਅਤੇ ਟੈਕਸ ਉਪਾਵਾਂ ਸਮੇਤ ਹੋਰ ਵੀ ਬਹੁਤ ਚੀਜ਼ਾਂ ਨੇ ਜਿਸ ਤੋਂ ਉਹ ਇਨਕਾਰ ਨਹੀਂ ਕਰ ਸਕਦੇ। ਫੈਡਰਲ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਯਕੀਨੀ ਬਣਾਉਣ ਲਈ ਕਿ ਕਾਰਪੋਰੇਟ ਰਲੇਵੇਂ ਵਸਤੂਆਂ ਸੇਵਾਵਾਂ ਦੀ ਕਫਾਇਤੀ ਤੌਰ ਤੇ ਮਾੜਾ ਪ੍ਰਭਾਵ ਪਾਉਣ ਤਾਂ ਕੰਪੀਟੀਸ਼ਨ ਬਿਊਰੋ ਨੂੰ ਹੋਰ ਸ਼ਕਤੀਆਂ ਦੇ ਕੇ ਕਾਨੂੰਨ ਲਿਆਂਦਾ ਜਾਏਗਾ। ਕਾਬਲੇ ਗੌਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਗਰੋਸਰੀ ਕੰਪਨੀਜ਼ ਦਾ ਮੁੱਦਾ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਗਰੋਸਰੀ ਕੰਪਨੀਜ਼ ਦੀ ਆਮਦਨ ਵੱਧ ਰਹੀ ਹੈ ਪਰ ਦੂਜੇ ਪਾਸੇ ਕੈਨੇਡੀਅਨਸ ਮਹਿੰਗਾਈ ਦੀ ਮਾਰ ਚੱਲ ਰਹੇ ਨੇ। ਇਸੇ ਦੌਰਾਨ ਹੀ NDP ਲੀਡਰ ਜਗਮੀਤ ਸਿੰਘ ਹੋਰਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਗਰੋਸਰੀ ਕੰਪਨੀਜ਼ ਦਾ ਆਡਿਟ ਹੋਣਾ ਚਾਹੀਦਾ ਕਿ ਉਹ ਮਹਿੰਗਾਈ ਦੇ ਲਾਲਚ ਦੇ ਵਿੱਚ ਕਿਤੇ ਆਪਣੀ ਆਮਦਨ ਨਾ ਵਧਾ ਰਹੇ ਹੋਣ, ਪਰ ਉਸ ਸਮੇਂ ਇਹ ਮੀਟਿੰਗਾਂ ਤੋਂ ਬਾਅਦ ਗੱਲਬਾਤ ਦੇ ਵਿੱਚੋਂ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ। ਪਰ ਹੁਣ ਜਦੋਂ ਕੈਨੇਡੀਅਨਸ ਮਹਿੰਗਾਈ ਤੋਂ ਪਰੇਸ਼ਾਨ ਨੇ ਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਤਾਂ ਆਖਰਕਾਰ ਫੈਡਰਲ ਸਰਕਾਰ ਦੇ ਮਿਨਿਸਟਰ ਵੱਲੋਂ ਇਹ ਸੱਦਾ ਪੱਤਰ ਭੇਜਿਆ ਗਿਆ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕਦਮ ਚੁੱਕਣ 'ਚ ਬਹੁਤ ਦੇਰੀ ਕਰ ਦਿੱਤੀ ਹੈ ਤੇ ਇਹ ਬਹੁਤ ਸਮਾਂ ਪਹਿਲਾਂ ਚੁੱਕਿਆ ਜਾਣ ਵਾਲਾ ਕਦਮ ਸੀ, ਜਿਸ ਨੂੰ ਲੈ ਕੇ ਚਰਚਾਵਾਂ ਜਾਰੀ ਨੇ। ਇੱਕ ਪੱਖ ਇਹ ਵੀ ਹੈ ਕਿ ਕੈਨੇਡਾ ਦੇ ਵਿੱਚ ਗਰੋਸਰੀ ਦੀ ਮਹਿੰਗਾਈ ਹੋਣ ਦਾ ਮੁੱਖ ਕਾਰਨ ਕੈਨੇਡੀਅਨ ਡਾਲਰ ਦਾ ਅਮਰੀਕਨ ਕਰੰਸੀ ਦੇ ਮੁਕਾਬਲੇ ਕਮਜ਼ੋਰ ਹੋਣਾ, ਜੋ ਕਿ ਪਿਛਲੇ ਸਮੇਂ ਦੌਰਾਨ ਹੇਠਲੇ ਪੱਧਰ ਤੇ ਆਈ ਹੈ। ਉਸ ਕਾਰਨ ਵੀ ਗਰੋਸਰੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਨੇ, ਕਿਉਂਕਿ ਫਰੈਸ਼ ਵੈਜੀਟੇਬਲਸ ਤੇ ਫਰੂਟ ਕੈਨੇਡਾ, ਅਮਰੀਕਾ ਤੇ ਮੈਕਸੀਕੋ ਤੋਂ ਇੰਪੋਰਟ ਕਰਦਾ ਹੈ।
ਤੂਫਾਨ ਲੀ ਦੀ ਦਸਤਕ ਦੇ ਮੱਦੇਨਜ਼ਰ ਨੋਵਾ ਸਕੋਸ਼ੀਆ 'ਚ ਤਬਾਹਕੁਨ ਹਵਾਵਾਂ, ਹੜ੍ਹਾਂ ਅਤੇ ਬਿਜਲੀ ਠੱਪ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਤੂਫਾਨ ਅਤੇ ਅਲਰਟ ਦਾ ਵਿਸਤਾਰ ਕਰਦਿਆਂ ਹੈਲੀਫੈਕਸ ਅਤੇ ਲੂਨਨਬਰਗ ਰੀਜਨਾਂ ਨੂੰ ਵੀ ਇਸ ਤਰ੍ਹਾਂ ਦੇ ਤੂਫਾਨ ਦੇ ਪ੍ਰਭਾਵਾਂ ਵਿੱਚ ਤਿਆਰ ਰਹਿਣ ਦੇ ਲਈ ਆਗਾਹ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ਨੀਵਾਰ ਨੂੰ ਇਹ ਤੂਫਾਨ ਪੱਛਮੀ ਨੋਵਾ ਸਕੋਸ਼ੀਆ ਅਤੇ ਦੱਖਣੀ ਨਿਊ ਬ੍ਰੰਸਵਿਕ ਅਤੇ ਲੈਂਡਫਾਲ ਕਰੇਗਾ। ਜ਼ਬਰਦਸਤ ਬਾਰਿਸ਼, ਤੇਜ਼ ਹਵਾਵਾਂ ਅਤੇ ਉੱਚੀਆਂ ਛੱਲਾਂ ਦਾ ਕਾਰਨ ਬਣੇਗਾ। ਸ਼ਨੀਵਾਰ ਸ਼ਾਮ ਨੂੰ ਜ਼ਮੀਨੀ ਹਿੱਸੇ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਚੱਕਰਵਾਤ ਸ਼੍ਰੇਣੀ 1 ਦੇ ਤੂਫਾਨ 'ਚ ਤਬਦੀਲ ਹੋਣ ਦੀ ਸੰਭਾਵਨਾ ਇਸ ਦੀ ਬਣੀ ਹੋਈ ਹੈ। ਤੂਫਾਨ ਨਿਊ ਬ੍ਰੰਸਵਿਕ ਦੇ ਗੈਂਡਮੈਨਮਨ ਟੈਪੂ ਦੇ ਉੱਪਰ ਅਤੇ ਨੋਵਾ ਸਕੋਸ਼ੀਆ ਦੇ ਸ਼ੈਲਬੌਰਨ ਇਲਾਕੇ ਦੇ ਵਿੱਚ ਅਤੇ ਲੈਂਡਫਾਲ ਕਰਦਾ ਦਿਖਾਈ ਦੇਗਾ। ਅੱਜ ਸਵੇਰ ਤੱਕ ਚੱਕਰਵਾਤ ਲੀ ਬਰਮੁੰਡਾ ਤੋਂ ਲਗਭਗ 380 ਕਿਲੋਮੀਟਰ ਉੱਤਰ ਪੱਛਮ ਵੱਲ ਸੀ। ਇਸ ਦੌਰਾਨ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਸਨ। ਤੂਫਾਨ ਦੀ ਉੱਤਰ ਵੱਲ ਵਧਣ ਦੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਸੀ। ਗ੍ਰੈਂਡ ਮੈਨਨ ਟਾਪੂ ਅਤੇ ਨਿਊ ਬ੍ਰੰਸਵਿਕ ਦੇ ਤਟਵਰਤੀ ਇਲਾਕੇ 'ਚ ਸ਼ਾਰਲੇ ਕਾਉਂਟੀ ਅਤੇ ਨੋਵਾ ਸਕੋਸ਼ੀਆ ਦੀਆਂ ਸ਼ੈਲਬੌਰਨ, ਕੁਈਨਜ਼ ਅਤੇ ਡਿਗਬੀ ਕਾਉਂਟੀਜ਼ ਵਿੱਚ ਤੂਫਾਨ ਦੀ ਸੰਭਾਵਨਾ ਦਾ ਅਲਰਟ ਜਾਰੀ ਕੀਤਾ ਗਿਆ। ਨਿਊ ਬ੍ਰੰਸਵਿਕ ਦੀ ਫੰਡੀ ਦਾ ਖਾੜੀ ਦੇ ਤਕਰੀਬਨ ਨੋਵਾ ਸਕੋਸ਼ੀਆ 'ਚ ਗਰਮਖੰਡੀ ਤੂਫਾਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਦੌਰਾਨ ਨਾਲੋਂ ਨਾਲ ਇਹ ਗੱਲਬਾਤ ਵੀ ਆਖੀ ਗਈ ਹੈ ਕਿ ਲੋਕ ਜ਼ਰੂਰਤ ਅਨੁਸਾਰ ਹੀ ਘਰਾਂ 'ਚੋਂ ਇਹਨਾਂ ਪ੍ਰਭਾਵਿਤ ਇਲਾਕਿਆਂ 'ਚ ਬਾਹਰ ਨਿਕਲਣ ਅਤੇ ਇਸ ਤੋਂ ਇਲਾਵਾ ਇਹਨਾਂ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਸਕਦੀ ਹੈ ਤੇ ਜਨਜੀਵਨ ਲੀਹ ਤੋਂ ਉਤਰ ਸਕਦਾ ਹੈ, ਕਿਉਂਕਿ ਇਹ ਤੂਫਾਨ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਵਾਲਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਤੂਫਾਨ ਦੇ ਮਾਮਲੇ 'ਚ ਟਿੱਪਣੀ ਕੀਤੀ ਗਈ ਹੈ। ਉਹਨਾਂ ਆਖਿਆ ਕਿ ਸਰਕਾਰ ਦੇ ਵੱਲੋਂ ਸਾਰੀ ਸਿਚੁਏਸ਼ਨ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਲ-ਪਲ ਦੇ ਨਾਲ ਗੱਲਬਾਤ ਵੀ ਸਾਂਝੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਸਮੇਂ ਅਟਲਾਂਟਿਕ ਕੈਨੇਡਾ ਦੇ ਨਾਲ ਪੂਰਾ ਮੁਲਕ ਖੜਾ ਹੈ ਅਤੇ ਹਰ ਸੰਭਵ ਸਹਾਇਤਾ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਣਗੇ। ਕਾਬਲੇ ਗੌਰ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ ਕੁਦਰਤੀ ਆਫਤਾਂ ਦੀ ਭਰਮਾਰ ਰਹੀ ਹੈ। ਇਸ ਤੋਂ ਪਹਿਲਾਂ ਜੰਗਲੀ ਅੱਗਾਂ ਦੇ ਕਾਰਨ ਕੈਨੇਡਾ ਦੇ ਵਿੱਚ ਭਾਰੀ ਨੁਕਸਾਨ ਹੋਇਆ ਤੇ ਰਿਕਾਰਡ ਜੰਗਲੀ ਅੱਗਾਂ ਇਸ ਵਾਰ ਲੱਗੀਆਂ ਨੇ। ਇਸ ਤੋਂ ਇਲਾਵਾ ਸੋਕੇ ਦੀ ਸਥਿਤੀ ਨੇ ਵੀ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਨੂੰ ਪਰੇਸ਼ਾਨ ਕਰਕੇ ਰੱਖਿਆ। ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰਾਟ ਲੈਵਲ 4 ਅਤੇ ਲੈਵਲ 5 ਤੱਕ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਹੁਣ ਇਸ ਤੂਫਾਨ ਦੇ ਨਾਲ ਵੀ ਕਾਫੀ ਨੁਕਸਾਨ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ, ਪਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਅਤੇ ਘਰਾਂ ਚੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ। ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਖਬਰ ਲੈ ਕੇ ਦੋਸਤੋ ਐਡਮਿੰਟਨ ਸ਼ਹਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ। ਅਕਸਰ ਆਪਾਂ ਵੇਖਦੇ ਹਾਂ ਕਿ ਜਦੋਂ ਵੀ ਕਿਤੇ ਪਰਿਵਾਰਾਂ ਦੇ ਵਿੱਚ ਝਗੜਾ ਹੁੰਦਾ ਹੈ, ਖਾਸ ਕਰਕੇ ਹਸਬੈਂਡ ਵਾਈਫ ਦਾ ਜਦੋਂ ਵੀ ਕੋਈ ਕੌਨਫਲਿਕਟ ਹੁੰਦਾ ਹੈ ਤੇ ਲੋਕੀ ਵਕੀਲਾਂ ਵੱਲ ਨੂੰ ਜਾਂਦੇ ਨੇ ਔਰ ਉੱਥੇ ਜਾ ਕੇ ਵੀ ਲੋਕਾਂ ਦੇ ਜਿਹੜੇ ਮਸਲੇ ਜਿਹੜੇ ਆ ਉਹ ਸਾਲਾਂ ਬੱਧੀ ਚੱਲੀ ਜਾਂਦੇ ਨੇ ਔਰ ਪੈਸਾ ਜਿਹੜਾ ਬਹੁਤ ਸਾਰਾ ਖਰਚ ਹੁੰਦਾ ਆ। ਕਦੇ ਕੋਈ ਕਿਸੇ ਨੂੰ ਬਲੇਮ ਕਰੀ ਜਾਂਦਾ, ਕੋਈ ਕਿਸੇ ਨੂੰ ਬਲੇਮ ਕਰੀ ਜਾਂਦਾ ਔਰ ਇੱਥੋਂ ਤੱਕ ਆਪਾਂ ਵੇਖਦੇ ਹਾਂ ਕਿ ਆਪਣੇ ਭਾਈਚਾਰੇ ਦੇ ਵਿੱਚ ਇਹ ਗੱਲਾਂ ਜਿਹੜੀਆਂ ਜੀ ਕਈ ਵਾਰੀ ਬਹੁਤ ਹੀ ਭਿਆਨਕ ਉਹਨਾਂ ਗੱਲਾਂ ਦੇ ਸਿੱਟੇ ਨਿਕਲਦੇ ਆ। ਪਰ ਇੱਕ ਗੱਲਬਾਤ ਇੰਗਲੈਂਡ ਤੋਂ ਸਿੱਖ ਕੇ ਆਈ ਐਡਮਿੰਟਨ ਸ਼ਹਿਰ ਦੀ ਇੱਕ ਵਕੀਲ ਜੋ ਪਿਛਲੇ 10 ਸਾਲਾਂ ਤੋਂ ਇੱਥੇ ਵਕਾਲਤ ਦਾ ਕੰਮ ਕਰ ਰਹੀ ਆ। ਉਹ ਪਿਛਲੇ 10 ਸਾਲ ਹੋ ਗਏ ਨੇ ਉਹਨੂੰ ਇਹ ਲੋਕਾਂ ਨੂੰ ਦੱਸਦਿਆਂ ਹੋਇਆਂ ਕਿ ਭਾਈ ਕੋਈ ਹੋਰ ਢੰਗ ਤਰੀਕੇ ਹੈਗੇ ਨੇ ਜਿਹੜੇ ਵਧੀਆ ਢੰਗ ਨਾਲ ਲੋਕੀ ਸੈਪਰੇਟ ਹੋ ਸਕਦੇ ਆ ਔਰ ਉਸ ਤੋਂ ਬਾਅਦ ਅਗਰ ਡਿਵੋਰਸ ਲੈਣਾ ਚਾਹੁੰਦੇ ਆ ਤਾਂ ਉਹ ਡਿਵੋਰਸ ਲੈ ਸਕਦੇ ਨੇ। ਇੰਗਲੈਂਡ ਦੇ ਵਿੱਚ ਦਰਅਸਲ ਉਹ ਕਹਿੰਦੇ ਜੀ ਵੀ ਇਹ ਸਿਸਟਮ ਇੰਗਲੈਂਡ 'ਚ ਰਨ ਕਰ ਰਿਹਾ ਸੀ ਵੀ ਜਿੱਥੇ ਸਿਰਫ ਇੱਕ ਹੀ ਵਕੀਲ ਇੱਕ ਪਰਿਵਾਰ ਨੂੰ ਰਿਪਰੈਜ਼ੈਂਟ ਕਰਦਾ, ਯਾਨੀ ਹਸਬੈਂਡ ਵਾਈਫ ਨੂੰ, ਅਤੇ ਉਹਦੇ ਨਾਲ ਦੋਨਾਂ ਜੀਆਂ ਦਾ ਜਿਹੜਾ ਖਰਚਾ ਆ ਉਹ ਬਚਦਾ। ਜੇ ਡਿਵੋਰਸ ਅਨਕੰਟੈਸਟਡ ਆ, ਯਾਨੀ ਕਿ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰੋਪਰਟੀ ਦਾ ਜਾਂ ਬੱਚਿਆਂ ਦਾ ਐਲਮਨੀ ਦਾ ਇੱਦਾਂ ਦਾ ਕੋਈ ਝਗੜਾ ਨਹੀਂ ਹੈ ਤਾਂ ਪਰ ਉਹ ਇੱਥੇ ਕੈਨੇਡਾ ਦੇ ਵਿੱਚ ਕਿਉਂਕਿ ਕੌਨਫਲਿਕਟ ਆਫ ਇੰਟਰਸਟ ਦੀ ਗੱਲ ਮੂਹਰੇ ਆਉਂਦੀ ਸੀ, ਇਸ ਕਰਕੇ ਇੱਥੇ ਇਹ ਮਾਡਲ ਨਹੀਂ ਸੀ ਚੱਲ ਰਿਹਾ। ਸੋ ਇਹ ਜਿਹੜੀ ਐਡਮਿੰਟਨ ਦੀ ਵਕੀਲ ਆ ਮਲਿਸਾ ਬੋਰਜੋਇਜ਼, ਉਹਨੇ ਆ ਕੇ ਜੀ ਇੱਥੇ ਅਲਬਰਟਾ ਲਾ ਸੁਸਾਇਟੀ ਨੂੰ ਲਿਖਿਆ ਵੀ ਭਾਈ ਇੰਗਲੈਂਡ ਦੇ ਵਿੱਚ ਆਹ ਕੰਮਕਾਰ ਜੇ ਹੋ ਸਕਦਾ ਤੇ ਇੱਥੇ ਕਿਉਂ ਨਹੀਂ ਹੋ ਸਕਦਾ। ਅਤੇ ਲਾ ਸੁਸਾਇਟੀ ਨੇ ਉਹਨੂੰ ਜੀ ਆਗਿਆ ਦੇ ਦਿੱਤੀ ਅਤੇ ਹੁਣ ਪਿਛਲੇ ਜਦੋਂ ਦੀ ਉਹਨੂੰ ਆਗਿਆ ਮਿਲੀ ਹੈ ਅਤੇ ਉਹ ਕੋਈ 40 ਕਪਲ ਨੇ ਜਿਨ੍ਹਾਂ ਦਾ ਡਾਈਵੋਰਸ ਹੋ ਚੁੱਕਾ ਔਰ ਬੜਾ ਐਮੀਕੇਬਲੀ ਹੋਇਆ ਉਹ ਡਿਵੋਰਸ। ਉਹਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਔਰ ਦੋਨੋਂ ਜੀ ਆਪਸ ਵਿੱਚ ਉੱਦਾਂ ਹੀ ਮਿਲਦੇ ਗਿਲਦੇ ਨੇ
ਜਿਨ੍ਹਾਂ ਦੇ ਕਈਆਂ ਦੇ ਪਰਿਵਾਰ ਵੀ ਹੈ ਨੇ, ਯਾਨੀ ਉਹਨਾਂ ਦੇ ਬੱਚੇ ਆ, ਤੇ ਉਹ ਕਹਿੰਦੇ ਵੀ ਅਸੀਂ ਇੱਕ ਦੂਸਰੇ ਨੂੰ ਹਜੇ ਵੀ ਮਿਲਦੇ ਆ, ਚਾਹੁੰਦੇ ਆ, ਪਰ ਡਿਫਰੈਂਟਲੀ। ਇਹ ਇੱਕ ਤਰੀਕਾ ਹੈਗਾ। ਔਰ ਦੂਸਰੀ ਗੱਲ ਇਹ ਸੀਗੀ ਜੀ ਵੀ 2021 ਦੇ ਵਿੱਚ ਨਾ ਸਰਵੇ ਕੀਤਾ ਗਿਆ ਸੀ ਕੈਨੇਡੀਅਨ ਲਾਇਰ ਮੈਗਜ਼ੀਨ ਵਾਲਿਆਂ ਵੱਲੋਂ, ਜਿਹਦੇ 'ਚ ਦੱਸਿਆ ਗਿਆ ਸੀ ਵੀ $1860 ਇੱਕ ਜਿਹੜਾ ਵਕੀਲ ਹੈ ਜੀ ਉਹ ਖਰਚਾ ਲੈਂਦਾ ਹੈਗਾ ਜੇ ਉਹ ਅਨਕੰਟੈਸਟਡ ਡਾਈਵੋਰਸ ਹੈਗਾ ਤਾਂ, ਔਰ ਉਹਨੂੰ ਸਮਾਂ ਵੀ ਜਿਹੜਾ ਹੈ ਜੀ ਉਹ ਸੈਪਰੇਸ਼ਨ ਦਾ ਅਤੇ ਉਸ ਤੋਂ ਬਾਅਦ ਡਿਵੋਰਸ ਹੁੰਦਾ ਆ ਉਹ ਪੂਰਾ ਕਰਨਾ ਪੈਂਦਾ। ਪਰ ਜੇ ਕੰਟੈਸਟਡ ਡਿਵੋਰਸ ਹੋ ਜਾਂਦਾ, ਯਾਨੀ ਕਿ ਦੋ ਜੀਆਂ ਦਾ ਆਪਸ ਵਿੱਚ ਕੋਈ ਝਗੜਾ ਹੋ ਜਾਂਦਾ ਆ ਬੱਚਿਆਂ ਲਈ, ਐਲੀਮਨੀ ਲਈ ਜਾਂ ਕੋਈ ਹੋਰ ਪ੍ਰੋਪਰਟੀ ਲਈ, ਤਾਂ ਉਹ ਫਿਰ ਕੰਟੈਸਟਡ ਡਾਈਵੋਰਸ ਦੇ ਵਿੱਚ ਦੋਨਾਂ ਪਰਿਵਾਰਾਂ ਦੇ ਵਕੀਲ ਜਿਹੜੇ ਜੀ ਉਹ ਤੁਹਾਨੂੰ ਆਵਰਲੀ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਨੇ। ਜੇ ਉਹਨਾਂ ਨੇ ਈਮੇਲ ਵੀ ਭੇਜੀ, ਟੈਲੀਫੋਨ ਵੀ ਕੀਤਾ ਤਾਂ ਉਹਦੇ ਚਾਰਜਸ ਨੇ, ਅਤੇ ਉਹ ਕਰਾ ਕੇ ਜੀ ਕਹਿੰਦੇ $20,000 ਤਾਂ $626 ਦੇ ਕਰੀਬ ਉਹ ਖਰਚਾ ਹੋ ਜਾਂਦਾ। ਔਰ ਉਹਦੇ ਨਾਲ ਤੁਹਾਨੂੰ ਪਤਾ ਵੀ ਪਰਿਵਾਰਾਂ ਦੇ ਲੱਕ ਟੁੱਟਦੇ ਨੇ, ਕਿਉਂਕਿ ਪਹਿਲਾਂ ਹੀ ਪੈਸਿਆਂ ਦਾ ਵੀ ਝਗੜਾ ਹੁੰਦਾ, ਅਤੇ ਜੇ ਖਰਚਾ ਹੋਰ ਵੱਧ ਜਾਏ ਤਾਂ ਹੋਰ ਵੀ ਮੁਸੀਬਤ ਵੱਧਦੀ ਆ। ਉਹਨਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਜੀ ਇਹ ਜਿਹੜਾ ਢੰਗ ਤਰੀਕਾ ਅਪਣਾਇਆ ਗਿਆ ਆ ਮਲੇਸਾ ਬੋਰਜਵਾਜ਼ ਵੱਲੋਂ, ਉਹ ਵਧੀਆ ਆ। ਉਹ ਕਹਿੰਦੀ ਵੀ ਇਹਦੇ 'ਚ ਖਰਚਾ ਵੀ ਉਹ ਦੋਨਾਂ ਧਿਰਾਂ ਨੂੰ ਜੀ ਟੋਟਲ $5,000 ਚਾਰਜ ਕਰਦੀ ਆ, ਅਤੇ 6 ਮਹੀਨੇ ਦੇ ਅੰਦਰ, 6 ਹਫ਼ਤਿਆਂ ਦੇ ਅੰਦਰ ਅੰਦਰ ਉਹ ਜਿਹੜਾ ਜੀ ਉਹ ਡਿਵੋਰਸ ਉਹਨਾਂ ਦਾ ਹੋ ਜਾਂਦਾ, ਅਤੇ ਲੋਕ ਆਪਸ ਵਿੱਚ ਮਿਲਦੇ ਗਿਲਦੇ ਰਹਿੰਦੇ। ਔਰ 40 ਜਿਹੜੇ ਜੀ ਉਹਨਾਂ ਨੇ ਕਪਲ ਜਿਨ੍ਹਾਂ ਦਾ ਇਹ ਆਲਰੇਡੀ ਕੰਮ ਉਹਨਾਂ ਕਰਵਾ ਕੇ ਦਿੱਤਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਕੈਨੇਡਾ ਨਿਊਜ਼ ਦੇ ਵਿੱਚ ਹੁਣ ਦੇਖ ਲੈਂਦੇ ਹਾਂ ਗੱਲ ਅੱਜ ਦੀ, ਜਿਸ ਕਾਰਨ ਹੋ ਰਹੇ ਕੀ ਕਹਿ ਰਹੇ ਨੇ। ਗੱਲ ਅੱਜ ਦੀ ਉਹੀ ਹੈ ਜਿਹੜੀ ਦੋਸਤੋ ਕਾਫੀ ਦਿਨਾਂ ਤੋਂ ਚੱਲ ਰਹੀ ਆ। ਈਕੋਲਾਈ ਆਊਟਬ੍ਰੇਕ ਹੋਈ ਆ ਕੈਲਗਰੀ ਦੇ ਕਈ ਡੇ ਕੇਅਰਸ ਦੇ ਵਿੱਚ। ਇੱਕ ਥਾਂ ਦੇ ਉੱਤੋਂ ਖਾਣਾ ਬਣ ਕੇ ਕਈ ਡੇ ਕੇਅਰ ਦੇ ਵਿੱਚ ਜਾਂਦਾ ਸੀ, ਉਹਦੇ ਵਿੱਚ ਸਮੱਸਿਆ ਆ ਗਈ, ਤੇ ਈਕੋਲਾਈ ਐਸਚਰੀਚੀਆ ਕੋਲਾਈ ਇੱਕ ਬੈਕਟੀਰੀਆ ਆ, ਉਹਦੇ ਨਾਲ ਇਨਫੈਕਸ਼ਨ ਹੋ ਗਈ, ਬੱਚੇ ਬਿਮਾਰ ਹੋ ਗਏ। ਕਈ ਇੰਨੇ ਬਿਮਾਰ ਹੋ ਗਏ ਵੀ ਉਹਨਾਂ ਨੂੰ ਦਾਖਲ ਕਰਾਉਣਾ ਪਿਆ, ਤੇ ਕਈ ਇੰਨੇ ਬਿਮਾਰ ਹੋ ਗਏ ਕਿ ਡਾਇਲਿਸਿਸ ਦੇ ਉੱਤੇ ਜਾਣਾ ਪਿਆ, ਕਿਉਂਕਿ ਈਕੋਲਾਈ ਸਿੱਧੀ ਕਿਡਨੀ ਦੇ ਉੱਤੇ ਅਟੈਕ ਕਰਦੀ ਹੈ। ਛੋਟੇ ਛੋਟੇ ਬੱਚੇ ਜਿਹੜੇ 5-5 ਸਾਲਾਂ ਦੇ ਜਦੋਂ ਡਾਇਲਿਸਿਸ ਦੇ ਉੱਤੇ ਗਏ ਆ ਤਾਂ ਸਥਿਤੀ ਸੱਚਮੁੱਚ ਚਿੰਤਾਜਨਕ ਇਸ ਵੇਲੇ ਬਣੀ, ਔਰ ਲਗਾਤਾਰ ਇਹਦੇ ਉੱਤੇ ਅਪਡੇਟਸ ਆ ਰਹੀਆਂ। ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਆ ਕਿ ਜਿਹੜੀ ਕਿਚਨ ਦੇ ਵਿੱਚੋਂ ਬਣ ਕੇ ਜਾਂਦਾ ਸੀ ਸਮਾਨ, ਉਹਦੇ ਵਿੱਚ ਕਾਕਰੋਚ ਸੀਗੇ, 90 ਮਿੰਟ ਤੱਕ ਡਰਾਈਵ ਕਰਕੇ ਜਾਂਦੇ ਸੀ, ਤੇ ਉਹਦੇ ਵਿੱਚ ਵੀ ਕੋਈ ਟੈਂਪਰੇਚਰ ਕੰਟਰੋਲ ਨਹੀਂ ਸੀ ਹੁੰਦਾ। ਜਿਹੜਾ ਕੁਦਰਤੀ ਆ ਵੀ ਇੰਨਾ ਚਿਰ ਬਿਨਾਂ ਕਿਸੇ ਫਰਿੱਜ 'ਚੋਂ ਖਾਣਾ ਜਾਵੇ ਤੇ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ। ਲੋਕ ਡਰੇ ਇਸ ਕਰਕੇ ਆ ਕਿ ਈਕੋਲਾਈ ਹੋਰ ਕਿਤੇ ਨਾ ਫੈਲ ਜਾਵੇ, ਤੇ ਇੰਨੀ ਸੀਰੀਅਸ ਗੱਲ ਜਿਹਦੇ ਵਿੱਚ ਜਾਨ ਵੀ ਜਾ ਸਕਦੀ ਆ। ਆਮ ਤੌਰ 'ਤੇ ਹੁੰਦਾ ਡਾਇਰੀਆ ਲੱਗ ਜਾਂਦਾ, ਢਿੱਡ 'ਚ ਦਰਦ ਹੁੰਦਾ, ਤੁਹਾਡੇ ਸਟੂਲ ਦੇ ਵਿੱਚ ਬਲੱਡ ਆਉਣ ਲੱਗ ਜਾਂਦਾ, ਤੇ ਹੋਰ ਇੱਦਾਂ ਦੀਆਂ ਸਮੱਸਿਆਵਾਂ ਹੁੰਦੀਆਂ। ਤੇ ਕਈ ਕੇਸਿਸ ਦੇ ਵਿੱਚ ਫਿਰ ਜਿਹੜਾ ਕਿਡਨੀ ਫੇਲਰ ਦਾ ਖਤਰਾ ਰਹਿੰਦਾ। ਇਸੇ ਤਰ੍ਹਾਂ ਜਿਹੜੇ ਕੁਝ ਬੱਚੇ ਇਸ ਵੇਲੇ ਹਸਪਤਾਲਾਂ ਦੇ ਵਿੱਚ ਡਾਇਲਿਸਿਸ ਦੇ ਉੱਤੇ ਪਏ ਆ। ਹੁਣ ਰੌਲਾ ਇਹ ਆ ਵੀ ਲੋਕ ਜਾਣਨਾ ਚਾਹੁੰਦੇ ਆ ਕਿ ਅਸਲ ਦੇ ਵਿੱਚ ਜਦੋਂ ਹੁੰਦਾ ਤਾਂ ਸਾਰਾ ਕੁਝ ਹੀ ਰਹਿੰਦਾ, ਪਰ ਜਦੋਂ ਇੱਕ ਗੱਲ ਤੁਰ ਪੈਂਦੀ ਹੈ ਤਾਂ ਫਿਰ ਉਹਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਆ। ਇਹ ਸਵਾਲ ਇਸ ਵੇਲੇ ਇਹਦੇ ਬਾਰੇ ਆ ਰਹੇ ਆ ਕਿ ਜਿਹੜੀ ਫੂਡ ਪੋਇਜ਼ਨਿੰਗ ਆ ਜਾਂ ਜਿਹੜੀ ਫੂਡ ਬੋਰਨ ਡਿਜ਼ੀਜ਼ਸ ਨੇ ਉਹ ਕਿਹੜੀਆਂ ਨੇ, ਇਹਦੇ ਤੋਂ ਬਚਿਆ ਕਿੱਦਾਂ ਜਾ ਸਕਦਾ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ PHAC ਨੇ ਅੰਦਾਜ਼ਾ ਇਹ ਦੱਸਿਆ ਕਿ 40 ਲੱਖ ਕੈਨੇਡੀਅਨ ਦਾ ਫੂਡ ਬੋਰਨ ਇਲਨੈਸ ਦੇ ਨਾਲ ਇੱਕ ਸਾਲ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਵਾਹ ਪੈਂਦਾ। 40 ਲੱਖ ਬੰਦਾ ਸਿਰਫ ਖਾਣੇ ਦੀ ਗੜਬੜੀ ਕਰਕੇ ਕੈਨੇਡਾ ਦੇ ਵਿੱਚ ਬਿਮਾਰ ਹੁੰਦਾ, ਔਰ ਇਹਨਾਂ ਦੇ ਵਿੱਚੋਂ 11,600 ਇੰਨੇ ਬਿਮਾਰ ਹੋ ਜਾਂਦੇ ਕਿ ਇਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪੈਂਦਾ, ਤੇ 238 ਲੋਕਾਂ ਦੀ ਗਲਤ ਖਾਣੇ ਦੇ ਕਰਕੇ ਮੌਤ ਹੋ ਜਾਂਦੀ ਹੈ। 40 ਮਿਲੀਅਨ ਹਰ ਸਾਲ, ਜਿਨ੍ਹਾਂ ਦੇ ਵਿੱਚੋਂ 40 ਲੱਖ ਮਾਫੀ ਚਾਹੁੰਦੇ ਆ 4 ਮਿਲੀਅਨ ਯਾਨੀ ਕਿ 40 ਲੱਖ ਹਰ ਸਾਲ, ਤੇ 1.6 ਮਿਲੀਅਨ ਜਿਹੜੇ ਨੋਨ ਬੈਕਟੀਰੀਆ ਵਾਇਰਸਿਸ ਤੇ ਪੈਰਾਸਾਈਟਸ ਨੇ ਉਹਨਾਂ ਨਾਲ ਹੁੰਦੇ ਆ, ਜਦੋਂ ਕਿ 2.4 ਮਿਲੀਅਨ ਜਿਹੜੇ ਨੇ ਉਹਨਾਂ ਦਾ ਪਤਾ ਹੀ ਨਹੀਂ ਕਿ ਕਿਹੜੇ ਕਾਰਨ ਕਰਕੇ ਹੁੰਦੇ, ਤੇ ਕਿਹੜਾ ਇਹ ਵਾਇਰਸ ਆ ਜਾਂ ਕਿਹੜਾ ਬੈਕਟੀਰੀਆ ਹੈ ਅਸਲ ਦੇ ਵਿੱਚ ਹੈ ਕੀ ਹੈ। ਹੁਣ ਇਹਨਾਂ ਦੇ ਬਾਰੇ ਜਿਹੜੀ ਇਹ ਪਬਲਿਕ ਹੈਲਥ ਏਜੰਸੀ ਆ ਇਹ ਜਿਹੜੀ ਜਾਣਕਾਰੀ ਦੇ ਰਹੀ ਆ ਕਿ ਅਸਲ ਦੇ ਵਿੱਚ ਕਿਹੜੀਆਂ ਜਿਹੜੀਆਂ ਇਹ ਬਿਮਾਰੀਆਂ ਨੇ। ਹੁਣ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਨੋਰੋ ਵਾਇਰਸ ਆ। ਨੋਰੋ ਵਾਇਰਸ ਇੱਕ ਵੱਡਾ ਕਾਰਨ ਆ ਫੂਡ ਬੋਰਨ ਇਲਨੈਸਿਸ ਦੇ ਵਿੱਚ ਜਾਂ ਲੋਕਾਂ ਨੂੰ ਹਸਪਤਾਲ ਲਿਜਾਣ ਦੇ ਵਿੱਚ। ਜਿਸ ਤਰ੍ਹਾਂ ਕਰੋਨਾ ਵਾਇਰਸ ਆ, ਇਸੇ ਤਰ੍ਹਾਂ ਹੀ ਇੱਕ ਨੋਰੋ ਵਾਇਰਸ ਦੱਸਦੇ ਆ। ਲਗਭਗ 10 ਲੱਖ ਬੰਦਾ ਇਸ ਇਕੱਲੇ ਇੱਕ ਵਾਇਰਸ ਕਰਕੇ ਕੈਨੇਡਾ ਦੇ ਵਿੱਚ ਬਿਮਾਰ ਹੁੰਦਾ। 1180 ਬੰਦੇ ਪਿਛਲੇ ਸਾਲ ਹਸਪਤਾਲ ਦੇ ਵਿੱਚ ਗਏ ਆ। 21 ਜਣਿਆਂ ਦੀ ਇਹਦੇ ਨਾਲ ਮੌਤ ਹੋ ਗਈ ਆ।
ਇੱਕ ਹੋਰ ਜਿਹੜਾ ਦੱਸਦੇ ਆ ਬੈਕਟੀਰੀਆ ਕਲੋਸਟ੍ਰੀਡੀਅਮ ਬੈਕਟੀਰੀਆ ਨਾਲ ਦੱਸਦੇ 1,77,000 ਲੋਕ ਬਿਮਾਰ ਹੁੰਦੇ ਆ 1 ਸਾਲ ਦੇ ਵਿੱਚ। ਬਿਲਕੁਲ ਨੋਰੋ ਵਾਇਰਸ ਵਾਂਗੂ ਉਸੇ ਤਰ੍ਹਾਂ ਦੇ ਸਿੰਪਟਮ ਔਰ ਜਿਹੜੇ ਸਿੰਪਟਮ ਆ 8 ਤੋਂ 12 ਘੰਟਿਆਂ ਦੇ ਵਿੱਚ ਦਿਸਦੇ ਆ। ਇੱਕ ਇਹਦੇ ਵਿੱਚੋਂ ਕੋਲਾਈ ਦੱਸਦੇ ਆ, ਐਸਚਰੀਚੀਆ ਕੋਲਾਈ, ਜਿਹੜਾ ਹੁਣ ਜਿਹਦੇ ਕਰਕੇ ਬਿਮਾਰ ਹੋਏ ਆ ਨਿਆਣੇ 12,800 ਬੰਦਾ ਹਰ ਸਾਲ ਇਹਦੇ ਨਾਲ ਬਿਮਾਰ ਹੁੰਦਾ। 245 ਹਸਪਤਾਲ ਦੇ ਵਿੱਚ ਜਾਂਦੇ ਆ। 8 ਜਣਿਆਂ ਦੀ ਹਰ ਸਾਲ ਇਹਦੇ ਨਾਲ ਕੋਲਾਈ ਬਿਮਾਰੀ ਦੇ ਨਾਲ ਜਿਹੜੀ ਆ ਮੌਤ ਹੋ ਜਾਂਦੀ ਆ। ਇੱਕ ਲਿਸਟੇਰੀਆ ਦੱਸਦੇ ਆ। ਲਿਸਟੇਰੀਆ ਇੱਕ ਫੂਡਬੋਰਨ ਇਲਨੈਸ ਆ। ਇਹਦੇ ਨਾਲ ਵੀ ਕਹਿੰਦੇ ਕਾਫੀ ਜ਼ਿਆਦਾ ਮੌਤਾਂ ਹੁੰਦੀਆਂ ਹੈ ਤੇ ਐਸਟੀਮੇਟਡ 178 ਬਿਮਾਰ ਤੇ 150 ਹਸਪੀਟਲਾਈਜ਼ ਤੇ 35 ਮੌਤਾਂ 1 ਸਾਲ ਦੇ ਵਿੱਚ ਲਿਸਟੇਰੀਆ ਨਾਂ ਦੇ ਬੈਕਟੀਰੀਆ ਦੇ ਨਾਲ ਹੁੰਦੀ ਹੈ। ਇਸੇ ਤਰ੍ਹਾਂ ਇੱਕ ਹੋਰ ਬੈਕਟੀਰੀਆ ਨੂੰ ਸਾਲਮੋਨੈਲਾ ਕਹਿੰਦੇ ਆ। ਸਾਲਮੋਨੈਲਾ ਦੇ ਨਾਲ 88,000 ਬੰਦਾ ਸਾਲ ਦੇ ਵਿੱਚ ਬਿਮਾਰ ਹੁੰਦਾ। 925 ਨੂੰ ਹਸਪਤਾਲ ਲੈ ਕੇ ਜਾਂਦੇ ਆ। 17 ਦੀ ਮੌਤ ਹੋ ਜਾਂਦੀ ਆ। ਇਹ ਬੈਕਟੀਰੀਆ ਵੀ ਇੱਕ ਬਹੁਤ ਵੱਡਾ ਖਤਰਨਾਕ ਆ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਬੈਕਟੀਰੀਆ ਦੱਸਦੇ ਆ ਕੈਂਪਲੋਬੈਕਟਰ ਤੀਜਾ ਲੀਡਿੰਗ ਕਾਜ਼ ਜਿਹੜਾ ਫੂਡਬੋਰਨ ਇਲਨੈਸ ਦਾ ਕੈਨੇਡਾ ਦੇ ਵਿੱਚ ਦੱਸਿਆ ਜਾ ਰਿਹਾ। 1,45,000 ਲੋਕ ਸਾਲ ਦੇ ਵਿੱਚ ਇਹਦੇ ਨਾਲ ਵੀ ਜਿਹੜੇ ਬਿਮਾਰ ਹੁੰਦੇ ਆ। ਇਹਦੇ ਤੋਂ ਬਚਣਾ ਚਾਹੀਦਾ। ਚਿੰਤਾ ਵਾਲੀ ਇੰਨੀ ਗੱਲ ਨਹੀਂ ਆ, ਪਰ ਫਿਰ ਵੀ ਜਿਹੜੇ ਇਹਨੂੰ ਬਚਾਅ ਦੇ ਵੱਖ-ਵੱਖ ਤਰੀਕੇ ਦੱਸੇ ਗਏ ਆ ਕਿ ਖਾਣੇ ਨੂੰ ਜਿੰਨਾ ਜ਼ਿਆਦਾ ਤੁਸੀਂ ਬਚਾ ਕੇ ਰੱਖੋਗੇ ਓਨਾ ਚੰਗੀ ਤਰੀਕੇ ਦੇ ਨਾਲ ਇਹਦੇ ਤੋਂ ਬਚਾਅ ਹੋ ਸਕਦਾ। ਨਹੀਂ ਤਾਂ ਜਿਹੜੀ ਮੰਦਭਾਗੀ ਘਟਨਾ ਕੈਲਗਰੀ ਦੇ ਵਿੱਚ ਵਾਪਰੀ ਹੈ ਇਹ ਕਿਸੇ ਵੀ ਕਮਿਊਨਿਟੀ ਦਾ ਹਿੱਸਾ ਬਣ ਸਕਦਾ। ਕੈਨੇਡਾ ਦੇ ਵਿੱਚ ਤਨਖਾਹ ਵਾਧੇ ਅਤੇ ਬਾਕੀ ਮੰਗਾਂ ਨੂੰ ਲੈ ਕੇ ਲਗਾਤਾਰ ਵਰਕਰਸ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸੇ ਢੰਗ ਦੇ ਨਾਲ ਮੈਟਰੋ ਵੈਨਕੂਵਰ ਦੇ ਸੇਫਵੇ ਦੇ ਵਰਕਰ ਯੂਨੀਅਨਸ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ 98% ਵਰਕਰਾਂ ਨੇ ਹੜਤਾਲ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਉਹਨਾਂ ਆਖਿਆ ਕਿ ਇਹ ਹੜਤਾਲ ਅਗਲੀ ਮੀਟਿੰਗ ਤੋਂ ਬਾਅਦ ਪ੍ਰਭਾਵੀ ਹੋਏਗੀ। ਕੈਨੇਡਾ ਦੇ ਵਿੱਚ ਇਸ ਸਮੇਂ ਕੈਨੇਡੀਅਨਸ ਮਹਿੰਗਾਈ ਤੋਂ ਪਰੇਸ਼ਾਨ ਨੇ ਤੇ ਇਸੇ ਸਮੇਂ ਦੌਰਾਨ ਹੀ ਵੱਖ-ਵੱਖ ਥਾਵਾਂ ਤੇ ਕੰਮ ਕਰਨ ਵਾਲੀਆਂ ਵਰਕਰ ਯੂਨੀਅਨਸ ਦੇ ਵੱਲੋਂ ਨਵੇਂ ਸਮਝੌਤੇ 'ਚ ਤਨਖਾਹ ਵਾਧੇ ਦੀ ਮੰਗ ਵੀ ਕੀਤੀ ਜਾ ਰਹੀ ਹੈ। BC ਦੇ ਲੋਅਰ ਮੇਨਲੈਂਡ ਦੇ ਵਿੱਚ ਸੇਫਵੇ ਉੱਪਰ ਕੰਮ ਕਰਨ ਵਾਲੇ ਯੂਨੀਅਨ ਵਰਕਰਾਂ ਦੇ ਵੱਲੋਂ ਨਵੇਂ ਕੰਟਰੈਕਟ ਤੋਂ ਪਹਿਲਾਂ ਵੋਟ ਪਵਾਈ ਗਈ ਹੈ, ਜਿਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 98% ਵਰਕਰ ਇਸ ਦੇ ਹੱਕ ਦੇ ਵਿੱਚ ਖੜੇ ਨੇ। ਯੂਨੀਅਨ ਫੂਡ ਐਂਡ ਕਮਰਸ਼ੀਅਲ ਵਰਕਰਸ 1518 ਨੇ ਕਿਹਾ ਹੈ ਕਿ ਇਹ ਵੋਟਿੰਗ ਦੇ ਵਿੱਚ ਰਿਕਾਰਡ ਨੰਬਰ ਸਾਹਮਣੇ ਆਇਆ, ਜਦੋਂ ਕਿ 98% ਯੂਨੀਅਨ ਵਰਕਰਸ ਹੜਤਾਲ ਦੇ ਹੱਕ ਦੇ ਵਿੱਚ ਹੋਣ। ਯੂਨੀਅਨ ਵਰਕਰ ਅਤੇ ਸੇਫਵੇ ਮਾਲਕਾਂ ਦੇ ਵੱਲੋਂ ਇਸ ਹੜਤਾਲ ਸੰਬੰਧੀ ਗੱਲਬਾਤ ਜਾਰੀ ਹੈ। ਬੇਸ਼ੱਕ ਯੂਨੀਅਨ ਨੇ ਨੋਟਿਸ ਦੇ ਦਿੱਤਾ ਹੈ, ਪਰ ਇਸ ਤੋਂ ਪਹਿਲਾਂ 20 ਤੋਂ 29 ਸਤੰਬਰ ਦੇ ਵਿੱਚ ਟੇਬਲ ਤੇ ਗੱਲਬਾਤ ਵੀ ਨਵੇਂ ਸਮਝੌਤੇ ਨੂੰ ਲੈ ਕੇ ਹੋਣੀ ਹੈ। ਜੇਕਰ ਉਸ ਸਮੇਂ ਗੱਲਬਾਤ ਨੇਪਰੇ ਚੜ੍ਹ ਜਾਂਦੀ ਹੈ ਤਾਂ ਸ਼ਾਇਦ ਇਸ ਹੜਤਾਲ ਦਾ ਪ੍ਰਭਾਵ ਘੱਟ ਨਜ਼ਰ ਆਵੇ, ਕਿਉਂਕਿ ਲੋਅਰ ਮੇਨਲੈਂਡ ਦੇ ਵਿੱਚ ਸੇਫਵੇ ਦੇ ਲਗਭਗ 40 ਸਟੋਰ ਨੇ ਜਿੱਥੇ ਕਿ 3000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ। UFCW 1518 ਦੇ ਪ੍ਰਧਾਨ ਕਿਮ ਨਵਾਕ ਨੇ ਕਿਹਾ ਕਿ ਜੇ ਕੰਪਨੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਵਰਕਫੋਰਸ ਸੰਬੰਧੀ ਸੁਧਾਰ ਨਹੀਂ ਕਰਦੀ ਤਾਂ ਉਹਨਾਂ ਨੂੰ ਵਾਕਆਊਟ ਕਰਨਾ ਪੈਣਾ ਹੈ। ਸਿਰਫ ਸੇਫਵੇ ਵਰਕਰਾਂ ਦੀ ਗੱਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕੈਨੇਡਾ ਭਰ ਦੇ ਵਿੱਚ ਬੇਸ਼ੱਕ ਵਿੰਸਟਰ ਨਮਕ ਦੀ ਗੱਲ ਹੋਵੇ ਜਾਂ BC ਦੇ ਵਿੱਚ ਕੋਕਾ ਕੋਲਾ ਪਲਾਂਟ ਜਾਂ ਫਿਰ ਬਾਕੀ ਪੋਰਟ ਵਰਕਰਸ ਦੀ ਗੱਲਬਾਤ ਹੋਵੇ, ਸਭ ਦੇ ਵੱਲੋਂ ਤਨਖਾਹ ਵਾਧੇ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ontario ਦੇ ਵਿੱਚ ਮੈਟਰੋ ਵਰਕਰਸ ਦੇ ਵੱਲੋਂ ਵੀ ਨਵੇਂ ਸਮਝੌਤੇ ਤੋਂ ਪਹਿਲਾਂ ਹੜਤਾਲ ਕੀਤੀ ਗਈ ਸੀ, ਜਿਸ ਵਿੱਚ ਉਹ ਤਨਖਾਹ ਵਾਧੇ ਦੀ ਮੰਗ ਕਰ ਰਹੇ ਸਨ। ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।